ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਕੈਨੇਡਾ ਦੀ ਮਹਿੰਗਾਈ ਦਰ ਜੂਨ ਮਹੀਨੇ ਘਟ ਕੇ ਹੋਈ 2.8%। ਵਿੱਤ ਮੰਤਰੀ ਨੇ ਕਿਹਾ ਕੈਨੇਡੀਅਨਸ ਹੁਣ ਥੋੜੀ ਰਾਹਤ ਮਹਿਸੂਸ ਕਰਨਗੇ, ਪਰ ਕੰਜ਼ਰਵੇਟਿਵ ਐਮਪੀ ਤੇ ਫਾਈਨਾਂਸ ਕ੍ਰਿਟਿਕ ਜਸਰਾਜ ਸਿੰਘ ਹੱਲਾ ਨੇ ਜਤਾਈ ਅਸੰਤੁਸ਼ਟੀ। ਆਇਲਸ ਦੀ ਮਿਆਦ 2 ਸਾਲ ਤੋਂ ਵਧਾਉਣ ਦੀ ਮੰਗ, ਆਲੋਚਕਾਂ ਨੇ ਦੱਸਿਆ ਇਸ ਨੂੰ ਪੈਸੇ ਇਕੱਠੇ ਕਰਨ ਦਾ ਸਾਧਨ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਡਾਂਗੋ ਦੇ ਪੜ੍ਹਾਈ ਤੇ ਨੌਕਰੀ ਲਈ ਕੈਨੇਡਾ ਆਏ 21 ਸਾਲਾ ਇੰਦਰ ਰਾਜ ਸਿੰਘ ਦੀ ਹੋਈ ਮੌਤ। ਪਰਿਵਾਰ ਨੇ 1 ਸਾਲ ਪਹਿਲਾਂ 22 ਲੱਖ ਰੁਪਏ ਕਰਜ਼ ਚੁੱਕ ਕੇ ਪੜ੍ਹਾਈ ਲਈ ਭੇਜਿਆ ਸੀ ਸਰੀ। BC ਬੰਦਰਗਾਹ ਕਾਮਿਆਂ ਨੇ ਮੁੜ ਹੜਤਾਲ ਸ਼ੁਰੂ ਕੀਤੀ। ਲੇਬਰ ਮਿਨਿਸਟਰ ਨੇ ਕਿਹਾ ਕਿ ਸਾਰੇ ਵਿਕਲਪਾਂ ਨੂੰ ਦੇਖ ਰਹੇ ਹਾਂ। ਕੈਨੇਡਾ ਦੀ ਮਹਿੰਗਾਈ ਦਰ ਜੂਨ ਮਹੀਨੇ ਘਟ ਕੇ 2.8% ਦਰਜ ਹੋਈ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਇਸ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਪਿਛਲੇ ਸਾਲ ਇਸ ਸਮੇਂ ਦੀ ਤੁਲਨਾ 'ਚ ਗੈਸੋਲੀਨ ਦੀਆਂ ਕੀਮਤਾਂ 'ਚ ਆਈ ਕਮੀ ਹੈ। ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਜੂਨ 'ਚ ਕੈਨੇਡਾ ਦੀ ਮਹਿੰਗਾਈ ਦਰ 2.8% ਤੱਕ ਡਿੱਗ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਕੈਨੇਡੀਅਨਸ ਨੂੰ ਹੁਣ ਥੋੜੀ ਰਾਹਤ ਮਿਲੇਗੀ। ਜਦਕਿ ਕੰਜ਼ਰਵੇਟਿਵ ਐਮਪੀ ਤੇ ਫਾਈਨਾਂਸ ਕ੍ਰਿਟਿਕ ਜਸਰਾਜ ਸਿੰਘ ਹੱਲਾ ਨੇ ਆਖਿਆ ਕਿ ਇੱਕ ਪਾਸੇ ਕੈਨੇਡੀਅਨਸ ਨੂੰ ਗਰੋਸਰੀ ਖਰੀਦਣ, ਕਿਰਾਇਆ ਦੇਣ ਜਾਂ ਆਪਣੀ ਕਾਰ ਵਿੱਚ ਗੈਸ ਭਰਵਾਉਣ ਲਈ ਜਦੋਜਹਿਦ ਕਰਨੀ ਪੈ ਰਹੀ ਹੈ। ਅਜਿਹੇ 'ਚ ਉਹਨਾਂ ਨੂੰ ਇਹ ਆਖਣਾ ਕਿ ਹੁਣ ਤਾਂ ਸਭ ਠੀਕ ਹੈ, ਕਿਆਸ ਤੋਂ ਬਾਹਰੀ ਗੱਲ ਹੈ। ਕੈਨੇਡਾ ਦੀ ਮਹਿੰਗਾਈ ਦਰ 2 ਸਾਲ ਤੋਂ ਵੱਧ ਸਮੇਂ 'ਚ ਪਹਿਲੀ ਵਾਰ ਦੇਸ਼ ਦੇ ਟੀਚੇ ਦੀ ਸੀਮਾ 'ਚ ਵਾਪਸ ਆ ਗਈ ਹੈ। ਪਰ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਉੱਚ ਮਹਿੰਗਾਈ ਵਿਰੁੱਧ ਲੜਾਈ ਅਜੇ ਖਤਮ ਨਹੀਂ ਹੋਈ। ਕੈਨੇਡਾ ਦੀ ਮਹਿੰਗਾਈ ਦਰ ਜੂਨ ਮਹੀਨੇ ਘਟ ਕੇ 2.8% ਦਰਜ ਹੋਈ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਇਸ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਪਿਛਲੇ ਸਾਲ ਇਸ ਸਮੇਂ ਦੀ ਤੁਲਨਾ 'ਚ ਗੈਸੋਲੀਨ ਦੀਆਂ ਕੀਮਤਾਂ 'ਚ ਆਈ ਕਮੀ ਹੈ। ਜੇ ਅੰਕੜਿਆਂ 'ਚੋਂ ਗੈਸੋਲੀਨ ਦੀਆਂ ਕੀਮਤਾਂ ਮੰਨਫੀ ਕਰ ਦਿੱਤੀਆਂ ਜਾਣ ਤਾਂ ਮਹਿੰਗਾਈ ਦਰ 4% ਹੋ ਜਾਵੇਗੀ। ਰਹਿਣ ਸਹਿਣ ਦੀਆਂ ਲਾਗਤਾਂ 'ਚ ਵਾਧੇ ਨੂੰ ਘੱਟ ਕਰਨ ਵਾਲਾ ਇੱਕ ਹੋਰ ਕਾਰਕ ਦੂਰ ਸੰਚਾਰ ਸੇਵਾਵਾਂ ਸੀ, ਜੋ 1 ਸਾਲ ਪਹਿਲਾਂ ਦੇ ਮੁਕਾਬਲੇ 4.7% ਘਟ ਗਈਆਂ ਨੇ। ਇਸ ਦੇ ਨਾਲ ਹੀ ਭੋਜਨ ਅਤੇ ਮੌਰਗੇਜ ਦੀਆਂ ਲਾਗਤਾਂ ਮਹਿੰਗਾਈ ਦਰ ਨੂੰ ਉੱਪਰ ਚੁੱਕ ਕੇ ਰੱਖਣ ਦੇ ਪ੍ਰਮੁੱਖ ਕਾਰਕ ਰਹੇ ਨੇ। ਸਟੋਰਾਂ ਤੋਂ ਖਰੀਦੇ ਗਏ ਭੋਜਨ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 9% ਤੋਂ ਵੱਧ ਰਹੀਆਂ ਨੇ। ਦੱਸਣਯੋਗ ਹੈ ਕਿ ਇਹ ਨਵੇਂ ਮਹਿੰਗਾਈ ਅੰਕੜੇ ਅਜਿਹੇ ਸਮੇਂ 'ਚ ਆਏ ਨੇ ਜਦੋਂ ਕੁਝ ਦਿਨ ਪਹਿਲਾਂ ਹੀ ਬੈਂਕ ਆਫ ਕੈਨੇਡਾ ਨੇ ਬੈਂਚਮਾਰਕ ਵਿਆਜ ਦਰਾਂ 'ਚ ਵਾਧਾ ਕੀਤਾ ਸੀ। ਤਾਜ਼ਾ ਮੁਦਰਾ ਸਫੀਤੀ ਦੇ ਅੰਕੜੇ ਕੁਝ ਦਿਨ ਬਾਅਦ ਆਏ ਨੇ ਜਦੋਂ ਬੈਂਕ ਆਫ ਕੈਨੇਡਾ ਨੇ 1 ਸਾਲ ਤੋਂ ਥੋੜੇ ਸਮੇਂ 'ਚ 10ਵੀਂ ਵਾਰ ਆਪਣੀ ਬੈਂਚਮਾਰਕ ਵਿਆਜ ਦਰ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ ਸਾਲ ਜੂਨ 'ਚ ਮਹਿੰਗਾਈ ਦਰ ਰਿਕਾਰਡ 8.1% ਸੀ ਤੇ ਪਿਛਲੇ ਮਹੀਨੇ 3.4% ਸੀ। ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਜੂਨ ਵਿੱਚ ਕੈਨੇਡਾ ਦੀ ਮਹਿੰਗਾਈ ਦਰ 2.8% ਤੱਕ ਡਿੱਗ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਕੈਨੇਡੀਅਨਸ ਨੂੰ ਹੁਣ ਥੋੜੀ ਰਾਹਤ ਮਿਲੇਗੀ। ਫਰੀਲੈਂਡ ਭਾਵੇਂ ਮਹਿੰਗਾਈ ਘਟਣ ਦੇ ਗੁਣਗਾਨ ਕਰ ਰਹੀ ਹੋਵੇ, ਪਰ ਅਜੇ ਵੀ ਬਹੁਤੇ ਕੈਨੇਡੀਅਨਸ ਅਜਿਹੇ ਨੇ ਜਿਹੜੇ ਰੋਜ਼ਾਨਾ ਮਹਿੰਗਾਈ ਦੀ ਮਾਰ ਸਹਿਣ ਲਈ ਮਜਬੂਰ ਨੇ, ਖਾਸ ਤੌਰ ਤੇ ਗਰੋਸਰੀ ਸਟੋਰਸ ਉੱਤੇ ਜਿਨ੍ਹਾਂ ਨੂੰ ਅਜੇ ਵੀ ਮਹਿੰਗਾਈ ਦਾ ਨਿੱਤ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕੰਜ਼ਰਵੇਟਿਵ ਐਮਪੀ ਤੇ ਫਾਈਨਾਂਸ ਕ੍ਰਿਟਿਕ ਜਸਰਾਜ ਸਿੰਘ ਹੱਲਾ ਨੇ ਆਖਿਆ ਕਿ ਇੱਕ ਪਾਸੇ ਕੈਨੇਡੀਅਨਸ ਨੂੰ ਗਰੋਸਰੀ ਖਰੀਦਣ, ਕਿਰਾਇਆ ਦੇਣ ਜਾਂ ਆਪਣੀ ਕਾਰ ਵਿੱਚ ਗੈਸ ਭਰਵਾਉਣ ਲਈ ਜਦੋਜਹਿਦ ਕਰਨੀ ਪੈ ਰਹੀ ਹੈ। ਅਜਿਹੇ ਵਿੱਚ ਉਹਨਾਂ ਨੂੰ ਇਹ ਆਖਣਾ ਕਿ ਹੁਣ ਤਾਂ ਸਭ ਠੀਕ ਹੈ, ਕਿਆਸ ਤੋਂ ਬਾਹਰੀ ਗੱਲ ਹੈ। ਉਹਨਾਂ ਆਖਿਆ ਕਿ ਇੰਜ ਲੱਗਦਾ ਹੈ ਕਿ ਜਿਵੇਂ ਲਿਬਰਲ ਕਿਸੇ ਹੋਰ ਦੁਨੀਆ ਵਿੱਚ ਰਹਿ ਰਹੇ ਹੋਣ ਤੇ ਜਿਵੇਂ ਉਹ ਹਕੀਕਤ ਤੋਂ ਜਾਣੂ ਹੋਣ ਹੀ ਨਾ। ਕੈਨੇਡਾ ਆਉਣ ਦੇ ਇੱਛੁਕ ਬਿਨੇਕਾਰ IRCC ਦੁਆਰਾ ਮਾਨਤਾ ਪ੍ਰਾਪਤ 2 ਟੈਸਟਾਂ CELPIP ਜਾਂ IELTS ਚੋਂ ਕਿਸੇ ਇੱਕ ਨੂੰ ਦੇ ਸਕਦੇ ਨੇ। ਦੋਵਾਂ ਟੈਸਟਾਂ ਦੀ ਫੀਸ $250 ਤੋਂ ਵੱਧ ਹੈ, ਪਰ ਬਿਨੇਕਾਰਾਂ ਦੇ ਸਕੋਰ ਦੀ ਮਿਆਦ 2 ਸਾਲ ਵਿੱਚ ਖਤਮ ਹੋ ਜਾਂਦੀ ਹੈ ਤੇ ਆਲੋਚਕ ਇਸ ਨੂੰ ਇੱਕ ਵੱਡੀ ਸਮੱਸਿਆ ਵਾਂਗ ਵੇਖਦੇ ਨੇ। ਇਹ ਮੰਗ ਉੱਠਣੀ ਸ਼ੁਰੂ ਹੋ ਗਈ ਹੈ ਕਿ ਜਿਵੇਂ ਸਿਟੀਜ਼ਨਸ਼ਿਪ ਵਾਸਤੇ ਇੱਕ ਵਾਰੀ ਪਾਸ ਕੀਤਾ ਅੰਗਰੇਜ਼ੀ ਦਾ ਟੈਸਟ
ਭਾਵੇਂ ਉਹਦੀ ਮਿਆਦ ਵੀ ਖਤਮ ਹੋ ਗਈ ਹੋਵੇ ਵੈਧ ਰਹਿੰਦਾ ਹੈ ਤਾਂ ਇਮੀਗ੍ਰੇਸ਼ਨ ਲਈ ਇਸ ਬਾਰੇ ਸੋਚਣਾ ਚਾਹੀਦਾ ਹੈ। ਹਰ ਸਾਲ ਕੈਨੇਡਾ 'ਚ ਦਾਖਲ ਹੋਣ ਵਾਲੇ ਲੱਖਾਂ ਪ੍ਰਵਾਸੀਆਂ ਨੂੰ ਭਾਸ਼ਾ ਦੀ ਪ੍ਰੀਖਿਆ ਦੇਣ ਦੀ ਲੋੜ ਹੁੰਦੀ ਹੈ, ਪਰ ਉਹਨਾਂ ਬਿਨੇਕਾਰਾਂ ਦੇ ਸਕੋਰ ਦੀ ਮਿਆਦ 2 ਸਾਲਾਂ 'ਚ ਖਤਮ ਹੋ ਜਾਂਦੀ ਹੈ ਤੇ ਆਲੋਚਕ ਇਸ ਨੂੰ ਇੱਕ ਵੱਡੀ ਸਮੱਸਿਆ ਵਾਂਗ ਦੇਖਦੇ ਨੇ। ਕੈਨੇਡੀਅਨ ਸਰਕਾਰ ਨੇ ਪਿਛਲੇ ਸਾਲ 4,31,645 ਸਥਾਈ ਨਿਵਾਸੀਆਂ ਨੂੰ ਦੇਸ਼ 'ਚ ਸੱਦਾ ਦਿੱਤਾ, ਜੋ ਕਿ ਇੱਕ ਰਿਕਾਰਡ ਗਿਣਤੀ ਹੈ। ਉਹਨਾਂ ਵਿੱਚੋਂ ਬਹੁਤਿਆਂ ਨੂੰ ਇਹ ਸਾਬਤ ਕਰਨ ਦੀ ਜ਼ਰੂਰਤ ਸੀ ਕਿ ਉਹ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਜਾਣਦੇ ਨੇ। ਕੈਨੇਡਾ ਆਉਣ ਦੇ ਇੱਛੁਕ ਬਿਨੇਕਾਰ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਮਾਨਤਾ ਪ੍ਰਾਪਤ 2 ਟੈਸਟ ਕੈਨੇਡੀਅਨ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਇੰਡੈਕਸ ਪ੍ਰੋਗਰਾਮ, ਜਿਹਨੂੰ ਕਿ CELPIP ਕਿਹਾ ਜਾਂਦਾ ਹੈ, ਜਾਂ ਫਿਰ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ, ਜਿਹਨੂੰ IELTS ਵੀ ਕਹਿੰਦੇ ਨੇ, ਇਹਨਾਂ ਵਿੱਚੋਂ ਕਿਸੇ ਇੱਕ ਨੂੰ ਦੇ ਸਕਦੇ ਨੇ। ਦੋਵਾਂ ਟੈਸਟਾਂ ਦੀ ਫੀਸ $250 ਤੋਂ ਵੱਧ ਹੈ। ਫ੍ਰੈਂਚ ਟੈਸਟ ਦੀ ਵੈਧਤਾ ਮਿਆਦ ਵੀ ਤਕਰੀਬਨ ਇੰਨੀ ਹੀ ਹੁੰਦੀ ਹੈ ਤੇ ਉਹਨਾਂ ਦੀ ਲਾਗਤ ਵੀ ਲਗਭਗ ਅੰਗਰੇਜ਼ੀ ਟੈਸਟ ਦੇ ਬਰਾਬਰ ਹੈ। ਜੇਕਰ ਪ੍ਰਵਾਸੀ ਯੂਨੀਵਰਸਿਟੀ 'ਚ ਦਾਖਲਾ ਲੈਣਾ ਚਾਹਣ ਤਾਂ ਵਰਕ ਪਰਮਿਟ ਲਈ ਅਪਲਾਈ ਕਰਨ ਤੱਕ ਤਾਂ ਫਿਰ ਤੋਂ ਭਾਸ਼ਾ ਟੈਸਟ ਦੀ ਲੋੜ ਪੈਂਦੀ ਹੈ। ਇਮਤਿਹਾਨ ਦੀ ਫੀਸ ਅਤੇ ਕਈ ਵਾਰ ਟੈਸਟ ਦੇਣ ਦੀ ਸਥਿਤੀ 'ਚ ਵਧੇਰੇ ਸੰਭਾਵੀ ਭੁਗਤਾਨ ਭਾਸ਼ਾ ਟੈਸਟ ਨਾਲ ਜੁੜੀਆਂ ਸਮੱਸਿਆਵਾਂ 'ਚੋਂ ਇੱਕ ਅਹਿਮ ਨੁਕਤਾ ਹੈ। ਕੁਝ ਲੋਕ ਇਸ ਨੂੰ ਕੈਨੇਡਾ ਦੇ ਰੈਜ਼ੀਡੈਂਟ ਬਣਨ ਲਈ ਕਿਸੇ ਵਿਅਕਤੀ ਦੀ ਯੋਗਤਾ ਦਾ ਮੁਲਾਂਕਣ ਕਰਨ ਦੇ ਇੱਕ ਅਢੁਕਵੇਂ ਅੰਗ ਵਜੋਂ ਦੇਖਦੇ ਨੇ। ਮਾਈਗ੍ਰੈਂਟ ਵਰਕਰਜ਼ ਅਲਾਈਅੰਸ ਫਾਰ ਚੇਂਜ ਦੇ ਐਗਜ਼ੈਕਟਿਵ ਡਾਇਰੈਕਟਰ ਸੈਯਦ ਹੁਸਨ ਨੇ ਕਿਹਾ ਹੈ ਕਿ ਜ਼ਿਆਦਾਤਰ ਲੋਕਾਂ, ਜਿਨ੍ਹਾਂ ਦੀ ਅੰਗਰੇਜ਼ੀ ਪਹਿਲੀ ਭਾਸ਼ਾ ਵੀ ਹੋਵੇ, ਨੂੰ ਵੀ ਪਹਿਲੀ ਵਾਰ ਵਿੱਚ IELTS 'ਚ ਲੋੜੀਂਦਾ ਸਕੋਰ ਪ੍ਰਾਪਤ ਕਰਨ 'ਚ ਦਿੱਕਤ ਆਉਂਦੀ ਹੈ। ਟੈਸਟ ਸਕੋਰ ਦੇ ਸਿਰਫ 2 ਸਾਲ ਲਈ ਵੈਧ ਹੋਣ ਨੂੰ ਸੈਯਦ ਨੇ ਕਿਹਾ ਕਿ ਇਹ ਸਿਰਫ ਪੈਸੇ ਛਾਪਣ ਦੀ ਮਸ਼ੀਨ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਨਾਲ ਲੋਕਾਂ ਦੀ ਜੇਬ 'ਚੋਂ ਪੈਸੇ ਕਢਾਏ ਜਾ ਰਹੇ ਨੇ ਤੇ ਉਹਨਾਂ ਦੀ ਕੈਨੇਡਾ 'ਚ ਰਹਿਣ ਜਾਂ ਕੰਮ ਕਰਨ ਦੀ ਯੋਗਤਾ ਦਾ ਮੁਲਾਂਕਣ ਨਹੀਂ ਹੋ ਰਿਹਾ। ਸਿਟੀਜ਼ਨਸ਼ਿਪ ਵਾਸਤੇ ਇੱਕ ਵਾਰੀ ਪਾਸ ਕੀਤਾ ਅੰਗਰੇਜ਼ੀ ਦਾ ਟੈਸਟ, ਭਾਵੇਂ ਉਹਦੀ ਮਿਆਦ ਵੀ ਖਤਮ ਹੋ ਗਈ ਹੋਵੇ, ਵੈਧ ਰਹਿੰਦਾ ਹੈ। ਇਸੇ ਕਰਕੇ ਕੁਝ ਲੋਕਾਂ ਦਾ ਤਰਕ ਹੈ ਕਿ ਜੇ ਸਿਟੀਜ਼ਨਸ਼ਿਪ ਲਈ ਅਜਿਹਾ ਕੀਤਾ ਜਾ ਸਕਦਾ ਹੈ ਤਾਂ ਇਮੀਗ੍ਰੇਸ਼ਨ ਲਈ ਇਸ ਬਾਰੇ ਸੋਚਣਾ ਚਾਹੀਦਾ ਹੈ। IELTS ਦੀ ਨਿਗਰਾਨੀ ਕਰਨ ਵਾਲੀ ਸੰਸਥਾ ਬ੍ਰਿਟਿਸ਼ ਕੌਂਸਲ ਟੈਸਟ ਸਕੋਰ ਨੂੰ 2 ਸਾਲ ਤੱਕ ਵੈਧ ਰੱਖਣ ਦੀ ਸਿਫਾਰਿਸ਼ ਕਰਦੀ ਹੈ। IRCC ਨੇ ਕਿਹਾ ਹੈ ਕਿ ਉਹਨਾਂ ਨੇ ਆਪਣੀ ਪਾਲਿਸੀ 'ਚ ਸ਼ੁਰੂ ਤੋਂ ਇਸ ਸਿਫਾਰਿਸ਼ ਦੀ ਪਾਲਣਾ ਕੀਤੀ ਹੈ। IRCC ਨੇ ਈਮੇਲ ਰਾਹੀਂ ਕਿਹਾ ਕਿ 2 ਸਾਲ ਦੀ ਵੈਧਤਾ ਦੀ ਮਿਆਦ ਦਾ ਮਤਲਬ ਇਸ ਗੱਲ ਨੂੰ ਧਿਆਨ 'ਚ ਰੱਖਣਾ ਹੈ ਕਿ ਲੋਕ ਅਸਲ ਵਿੱਚ ਕਿੰਨੀ ਵਾਰ ਉਹ ਭਾਸ਼ਾ ਬੋਲਦੇ ਨੇ ਤੇ ਜਿਸ ਵਿੱਚ ਉਹਨਾਂ ਨੂੰ ਨਿਪੁੰਨ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਾਲ ਹੀ 'ਚ ਉਹਨਾਂ ਨੇ ਉਸ ਭਾਸ਼ਾ 'ਚ ਕਿੰਨੀ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਕੀ ਉਹਨਾਂ ਨੇ ਆਪਣੀ ਭਾਸ਼ਾ ਦੀ ਮੁਹਾਰਤ ਦੇ ਪੱਧਰ ਨੂੰ ਕਾਇਮ ਰੱਖਿਆ ਹੈ ਜਾਂ ਨਹੀਂ। IRCC ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਬਹੁਤ ਮਹੱਤਵਪੂਰਨ ਹੈ ਕਿ ਕੈਨੇਡਾ ਆਉਣ ਤੋਂ ਪਹਿਲਾਂ ਉਹਨਾਂ ਦੀ ਭਾਸ਼ਾ ਦੀ ਮੁਹਾਰਤ ਸਮੇਂ ਦੇ ਨਾਲ ਨਿੱਘਰੀ ਨਾ ਹੋਵੇ। IRCC ਨੇ ਇਹ ਵੀ ਕਿਹਾ ਕਿ ਭਾਸ਼ਾ ਦੀ ਮੁਹਾਰਤ ਦਾ ਸਕਾਰਾਤਮਕ ਆਰਥਿਕ ਨਤੀਜਿਆਂ ਨਾਲ ਮਜ਼ਬੂਤ ਸਬੰਧ ਹੈ ਤੇ ਇਸ ਦਾ ਵਧੇਰੇ ਤਨਖਾਹ ਅਤੇ ਉਚਿਤ ਰੁਜ਼ਗਾਰ ਲੱਭਣ ਤੇ ਸਿੱਧਾ ਅਸਰ ਦੇਖਿਆ ਗਿਆ ਹੈ। ਪਰ ਸੈਯਦ ਹੁਸਨ ਦਾ ਕਹਿਣਾ ਹੈ ਕਿ ਜੇ ਕੋਈ ਵਿਅਕਤੀ ਪਹਿਲਾਂ ਤੋਂ ਕੈਨੇਡਾ 'ਚ ਪੜ੍ਹ ਰਿਹਾ ਹੈ ਜਾਂ ਕੰਮ ਕਰ ਰਿਹਾ ਹੈ ਤਾਂ ਉਸ ਦੀ PR ਵਾਸਤੇ ਇਹ ਸਬੂਤ ਹੀ ਕਾਫੀ ਹੋਣਾ ਚਾਹੀਦਾ ਹੈ। BC ਯੂਨੀਅਨ ਵੱਲੋਂ ਆਰਜ਼ੀ ਤੌਰ ਤੇ ਸੌਦੇ ਨੂੰ ਰੱਦ ਕਰਨ ਤੋਂ ਬਾਅਦ ਬੰਦਰਗਾਹ ਕਾਮਿਆਂ ਨੇ ਮੁੜ ਹੜਤਾਲ ਸ਼ੁਰੂ ਕਰ ਦਿੱਤੀ ਹੈ। ਯੂਨੀਅਨ ਕਾਕਸ ਵੱਲੋਂ ਵਿਚੋਲਗੀ ਸਮਝੌਤੇ ਨੂੰ ਰੱਦ ਕਰਨ ਤੋਂ ਬਾਅਦ ਕਿਰਤ ਮੰਤਰੀ ਦਾ ਕਹਿਣਾ ਹੈ ਕਿ ਸਾਰੇ ਵਿਕਲਪਾਂ ਨੂੰ ਦੇਖ ਰਹੇ ਹਾਂ। ਬ੍ਰਿਟਿਸ਼ ਕੋਲੰਬੀਆ 'ਚ ਹਜ਼ਾਰਾਂ ਬੰਦਰਗਾਹ ਕਾਮੇ ਸੰਘੀ ਵਿਚੋਲਗੀ ਦੁਆਰਾ ਕੀਤੇ ਗਏ ਇੱਕ ਅਸਥਾਈ ਸੌਦੇ ਦੀ ਪੁਸ਼ਟੀ ਕਰਨ 'ਚ ਅਸਫਲ ਰਹਿਣ ਤੋਂ ਬਾਅਦ ਹੜਤਾਲ ਦੀ ਗਤੀਵਿਧੀ ਮੁੜ ਸ਼ੁਰੂ ਕਰ ਰਹੇ ਨੇ। ਇੰਟਰਨੈਸ਼ਨਲ ਲੌਂਗਸ਼ੋਰ ਐਂਡ ਵੇਅਰਹਾਊਸ ਯੂਨੀਅਨ ਦੇ 7,400 ਤੋਂ ਵੱਧ ਕਾਮਿਆਂ ਨੇ ਪੋਰਟ ਆਟੋਮੇਸ਼ਨ, ਬਾਰੀ ਕੰਟਰੈਕਟਿੰਗ ਅਤੇ ਰਹਿਣ-ਸਹਿਣ ਦੀ ਵੱਧਦੀ ਲਾਗਤ ਵਰਗੇ ਮੁੱਦਿਆਂ ਨੂੰ ਲੈ ਕੇ 1 ਜੁਲਾਈ ਤੋਂ 13 ਜੁਲਾਈ ਤੱਕ ਨੌਕਰੀ ਛੱਡ ਦਿੱਤੀ ਸੀ। ILWU ਅਤੇ ਉਹਨਾਂ ਦੇ ਮਾਲਕ ਵਿੱਚ ਅਸਥਾਈ ਸਮਝੌਤਾ ਹੋਇਆ ਸੀ। ਹਾਲਾਂਕਿ BCMEA ਨੇ ਮੰਗਲਵਾਰ ਨੂੰ ਇੱਕ ਬਿਆਨ 'ਚ ਕਿਹਾ ਕਿ ILWU ਦੇ ਅੰਦਰੂਨੀ ਕਾਕਸ ਦੁਆਰਾ ਅਸਥਾਈ ਸਮਝੌਤੇ ਨੂੰ ਰੱਦ ਕਰਨ ਅਤੇ ਇਸ ਦੀ ਪੁਸ਼ਟੀ ਨਾ ਕਰਨ ਕਾਰਨ ਹੜਤਾਲ ਦੀ ਗਤੀਵਿਧੀ ਮੁੜ ਸ਼ੁਰੂ ਹੋਵੇਗੀ।
ਮੰਗਲਵਾਰ ਰਾਤ ਨੂੰ ਓਰੀਗਨ ਅਤੇ ਟਰਾਂਸਪੋਰਟ ਮੰਤਰੀ ਉਮਰ ਅਲ ਕਬਰਾ ਨੇ ਕਿਹਾ ਸੀ ਕਿ ਅਸੀਂ ਸਾਰੇ ਵਿਕਲਪਾਂ ਤੇ ਵਿਚਾਰ ਕਰ ਰਹੇ ਹਾਂ, ਸਾਡੇ ਕੋਲ ਕੱਲ ਇਸ ਬਾਰੇ ਹੋਰ ਕਹਿਣ ਲਈ ਹੋਵੇਗਾ। ਉਹਨਾਂ ਦਾ ਕਹਿਣਾ ਸੀ ਕਿ ਵਿਚੋਲਗੀ ਵਾਲਾ ਸਮਝੌਤਾ ਦੋਵਾਂ ਪੱਖਾਂ ਲਈ ਨਿਰਪੱਖ ਤੇ ਸੰਤੁਲਿਤ ਸੌਦੇ ਨੂੰ ਦਰਸਾਉਂਦਾ ਹੈ। ਅਸੀਂ ਸਬਰ ਕੀਤਾ ਹੈ, ਅਸੀਂ ਸਮੂਹਿਕ ਸੌਦੇਬਾਜ਼ੀ ਦੀ ਪ੍ਰਕਿਰਿਆ ਦਾ ਸਨਮਾਨ ਕੀਤਾ, ਪਰ ਸਾਨੂੰ ਆਪਣੀਆਂ ਬੰਦਰਗਾਹਾਂ ਦੇ ਸੰਚਾਲਨ ਦੀ ਲੋੜ ਹੈ। ਵਿਦੇਸ਼ਾਂ 'ਚ ਪੰਜਾਬੀ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਏ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ ਖਬਰ ਸਾਹਮਣੇ ਆ ਹੀ ਜਾਂਦੀ ਹੈ। ਕੈਨੇਡਾ ਤੋਂ ਅਜਿਹੀ ਖਬਰਾਂ ਜ਼ਿਆਦਾ ਆ ਰਹੀਆਂ ਨੇ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਡਾਂਗੋ ਤੋਂ ਸਾਹਮਣੇ ਆਇਆ ਹੈ, ਜਿੱਥੋਂ ਪੜ੍ਹਾਈ ਤੇ ਨੌਕਰੀ ਕਰਨ ਲਈ ਕੈਨੇਡਾ ਆਏ 21 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਇੰਦਰ ਰਾਜ ਸਿੰਘ ਵਜੋਂ ਹੋਈ ਹੈ, ਜਿਸ ਨੂੰ ਪਰਿਵਾਰ ਨੇ 1 ਸਾਲ ਪਹਿਲਾਂ 22 ਲੱਖ ਰੁਪਏ ਕਰਜ਼ ਚੁੱਕ ਕੇ ਪੜ੍ਹਾਈ ਲਈ ਕੈਨੇਡਾ ਦੇ ਸ਼ਹਿਰ ਸਰੀ ਭੇਜਿਆ ਸੀ। ਮਿਲੀ ਜਾਣਕਾਰੀ ਮੁਤਾਬਕ ਇੰਦਰ ਰਾਜ ਆਪਣੇ ਦੋਸਤ ਨਾਲ ਪਾਰਟੀ ਵਿੱਚ ਗਿਆ ਸੀ, ਜਿੱਥੇ ਉਹਨਾਂ ਨੇ ਕੁਝ ਖਾਧਾ ਤੇ ਉਸ ਤੋਂ ਬਾਅਦ ਦੋਵੇਂ ਕਮਰੇ 'ਚ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਦੋਵਾਂ ਨੂੰ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇੰਦਰ ਰਾਜ ਪਿਛਲੇ ਸਾਲ ਦਸੰਬਰ 'ਚ ਕੈਨੇਡਾ ਗਿਆ ਸੀ। ਇੰਦਰ ਰਾਜ ਸਿੰਘ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਕੈਨੇਡਾ ਦੇ ਸਰੀ 'ਚ ਰਹਿ ਰਿਹਾ ਸੀ। ਉਹ ਤੇ ਉਸ ਦਾ ਦੋਸਤ ਪਾਰਟੀ ਦੇ ਵਿੱਚ ਗਏ ਸਨ। ਉੱਥੇ ਖਾਣਾ ਖਾਣ ਤੋਂ ਬਾਅਦ ਉਹਨਾਂ ਦੀ ਤਬੀਅਤ ਵਿਗੜ ਗਈ ਤੇ ਦੋਵਾਂ ਦੀ ਮੌਤ ਹੋ ਗਈ। ਇੰਦਰ ਰਾਜ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ ਕੇ ਬੁਰਾ ਹਾਲ ਹੈ ਤੇ ਪੂਰਾ ਪਰਿਵਾਰ ਸਦਮੇ 'ਚ ਹੈ। ਉਧਰ ਦੂਜੇ ਪਾਸੇ ਹਸਪਤਾਲ 'ਚ ਜ਼ੇਰੇ ਇਲਾਜ 24 ਸਾਲ ਦੇ ਪੰਜਾਬੀ ਨੌਜਵਾਨ ਗੁਰਵਿੰਦਰ ਨਾਥ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਸੀ। ਪਿਛਲੇ ਹਫ਼ਤੇ ਮਿਸੀਸਾਗਾ 'ਚ ਫੂਡ ਡਿਲੀਵਰੀ ਕਰਨ ਗਿਆ ਗੁਰਵਿੰਦਰ ਨਾਥ ਦੀ ਕੁਝ ਅਣਪਛਾਤੇ ਵਿਅਕਤੀਆਂ ਨਾਲ ਗੱਡੀ ਖੋਹਣ ਵੇਲੇ ਕੁੱਟਮਾਰ ਕੀਤੀ ਗਈ ਸੀ। ਪੀਲ ਪੁਲਿਸ ਦੀ ਮੀਡੀਆ ਰਿਲੀਜ਼ ਅਨੁਸਾਰ ਗੁਰਵਿੰਦਰ ਮਿਸੀਸਾਗਾ ਦੇ ਬ੍ਰਿਟੇਨੀਆ ਰੋਡ ਅਤੇ ਕ੍ਰੈਡਿਟ ਵਿਊ ਰੋਡ ਇਲਾਕੇ 'ਚ 9 ਜੁਲਾਈ ਨੂੰ ਰਾਤੀ 2:10 ਤੇ ਖਾਣਾ ਡਿਲੀਵਰ ਕਰਨ ਲਈ ਗਿਆ ਸੀ। ਜਦੋਂ ਉਹ ਡਿਲੀਵਰੀ ਦੇ ਪਤੇ ਤੇ ਪਹੁੰਚਿਆ ਤਾਂ ਕੁਝ ਅਣਪਛਾਤੇ ਲੋਕਾਂ ਨੇ ਉਸ ਦੀ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਗੁਰਵਿੰਦਰ ਤੇ ਸ਼ੱਕੀ ਦਰਮਿਆਨ ਝੜਪ ਹੋ ਗਈ। ਗੁਰਵਿੰਦਰ ਸਿੰਘ ਨੂੰ ਬੁਰੀ ਤਰ੍ਹਾਂ ਨਾਲ ਕੁੱਟਣ ਅਤੇ ਜ਼ਖਮੀ ਕਰਨ ਤੋਂ ਬਾਅਦ ਮਸ਼ਕੂਕ ਉਸ ਦੀ ਗੱਡੀ ਲੈ ਕੇ ਫਰਾਰ ਹੋ ਗਿਆ। ਗੁਰਵਿੰਦਰ ਨੂੰ ਟਰੋਮਾ ਸੈਂਟਰ ਭਰਤੀ ਕੀਤਾ ਗਿਆ, ਪਰ ਹਮਲੇ ਤੋਂ 5 ਦਿਨ ਬਾਅਦ 14 ਜੁਲਾਈ ਨੂੰ ਉਹ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ। ਪੁਲਿਸ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ ਇਸ ਘਟਨਾ ਨੂੰ ਵੇਖਿਆ ਹੋਵੇ ਜਾਂ ਕਿਸੇ ਦੇ ਡੈਸ਼ ਕੈਮ 'ਚ ਇਹ ਰਿਕਾਰਡ ਹੋਈ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਗੁਰਵਿੰਦਰ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਮਦਦ ਕਰਨ ਲਈ ਇੱਕ GoFundMe ਪੇਜ ਵੀ ਸ਼ੁਰੂ ਕੀਤਾ ਗਿਆ ਹੈ। GoFundMe ਪੇਜ ਦੇ ਦਿੱਤੀ ਜਾਣਕਾਰੀ ਅਨੁਸਾਰ ਗੁਰਵਿੰਦਰ 2021 'ਚ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ। ਉਹ ਪੰਜਾਬ ਦੇ ਬਲਾਚੌਰ 'ਚ ਪੈਂਦੇ ਪਿੰਡ ਕਰੀਮਪੁਰ ਚਾਹਵਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਸਰੀ ਵਿੱਚ ਪੰਜਾਬੀ ਜੋੜੇ ਨਾਲ ਜੁੜਿਆ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪਤਨੀ ਨੂੰ ਆਪਣੇ ਪਤੀ ਕੋਲ ਕੈਨੇਡਾ ਪਰਮਾਨੈਂਟ ਰੈਜ਼ੀਡੈਂਟ ਹੋ ਕੇ ਆਉਣ 'ਚ 24 ਸਾਲ ਲੱਗ ਗਏ। ਜੋੜੇ ਦੇ ਵਕੀਲਾਂ ਅਨੁਸਾਰ ਇਹ ਮਸਲਾ ਇਸ ਕਰਕੇ ਪੈਦਾ ਹੋਇਆ ਕਿ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਵੱਲੋਂ ਜਾਲੀ ਵਿਆਹ ਕਰਵਾ ਕੇ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਸੀ। 55 ਸਾਲ ਦੀ ਚਰਨਜੀਤ ਬਸੰਤੀ ਨੂੰ ਪਰਮਾਨੈਂਟ ਰੈਜ਼ੀਡੈਂਟ ਹੋ ਕੇ ਆਪਣੇ ਪਤੀ ਪਰਮਜੀਤ ਬਸੰਤੀ ਕੋਲ ਕੈਨੇਡਾ ਆਉਣ 'ਚ 24 ਸਾਲ ਲੱਗ ਗਏ। ਪਰਮਜੀਤ ਬਸੰਤੀ ਦੀ ਉਮਰ ਹੁਣ 72 ਸਾਲ ਹੈ ਤੇ ਉਹ ਇੱਕ ਕੈਨੇਡੀਅਨ ਨਾਗਰਿਕ ਨੇ। ਸਾਲ 1999 'ਚ ਪਰਮਜੀਤ ਅਤੇ ਚਰਨਜੀਤ ਦਾ ਵਿਆਹ ਹੋਇਆ ਸੀ, ਪਰ ਇਮੀਗ੍ਰੇਸ਼ਨ ਅਧਿਕਾਰੀ ਲਗਾਤਾਰ ਚਰਨਜੀਤ ਨੂੰ ਕੈਨੇਡੀਅਨ ਰੈਜ਼ੀਡੈਂਸੀ ਦੇਣ ਸੰਬੰਧੀ ਪਰਮਜੀਤ ਵੱਲੋਂ ਭੇਜੀ ਸਪਾਂਸਰਸ਼ਿਪ ਅਰਜ਼ੀ ਨੂੰ ਨਾਮਨਜ਼ੂਰ ਕਰਦੇ ਰਹੇ, ਜਿਸ ਕਰਕੇ ਇਸ ਜੋੜੇ ਨੇ ਆਪਣਾ ਬਹੁਤਾ ਵਿਆਹੁਤਾ ਜੀਵਨ ਇੱਕ ਦੂਸਰੇ ਤੋਂ ਵੱਖ ਰਹਿ ਕੇ ਗੁਜ਼ਾਰਿਆ। ਆਖਰਕਾਰ ਸਤੰਬਰ 'ਚ ਚਰਨਜੀਤ ਨੂੰ ਬਤੌਰ ਪਰਮਾਨੈਂਟ ਰੈਜ਼ੀਡੈਂਟ ਮਨਜ਼ੂਰੀ ਮਿਲ ਗਈ। ਲੰਘੇ ਸ਼ਨੀਵਾਰ ਉਹ ਸਰੀ 'ਚ ਆਪਣੇ ਨਵੇਂ ਟਿਕਾਣੇ ਤੇ ਜਾਣ ਲਈ ਵੈਨਕੂਵਰ 에ਅਰਪੋਰਟ ਤੇ ਪਹੁੰਚੀ। ਚਰਨਜੀਤ ਨੇ ਕਿਹਾ, ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਇਕੱਠੇ ਹਾਂ। ਅਸੀਂ ਇਕੱਠਿਆਂ ਜ਼ਿੰਦਗੀ ਨਹੀਂ ਗੁਜ਼ਾਰ ਸਕੇ। ਅਸੀਂ ਬੱਚਿਆਂ ਤੋਂ ਵਾਂਝੇ ਰਹੇ, ਸਾਨੂੰ ਵੱਖ ਰਹਿਣਾ ਪਿਆ। ਸਾਡੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ। ਸਾਡੇ ਕੋਲ ਕੁਝ ਨਹੀਂ ਹੈ, ਨਾ ਘਰ ਨਾ ਪੈਸਾ। ਮੇਰੇ ਰੱਬ ਨੂੰ ਹੀ ਪਤਾ ਹੈ ਕਿ ਮੈਂ ਕੀ ਕੁਝ ਚੱਲਿਆ। ਬਸੰਤੀ ਜੋੜੇ ਦੇ ਵਕੀਲਾਂ ਅਨੁਸਾਰ ਇਹ ਮਸਲਾ ਇਸ ਕਰਕੇ ਪੈਦਾ ਹੋਇਆ ਕਿ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਵੱਲੋਂ ਜਾਲੀ ਵਿਆਹ ਕਰਵਾ ਕੇ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਸੀ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ
ਉਹਨਾਂ ਦੇ ਮਾਮਲੇ ਤੇ ਤਾਂ ਟਿੱਪਣੀ ਨਹੀਂ ਕੀਤੀ, ਪਰ ਕਿਹਾ ਕਿ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਲੋਕ ਵਿਸ਼ੇਸ਼ ਅਧਿਕਾਰ ਜਾਂ ਸਿਰਫ ਪੱਕੇ ਹੋਣ ਲਈ ਵਿਆਹ ਨਾ ਕਰਵਾ ਰਹੇ ਹੋਣ। ਬਸੰਤੀ ਦੇ ਵਕੀਲਾਂ ਦਾ ਮੰਨਣਾ ਹੈ ਕਿ ਭਾਵੇਂ ਇਮੀਗ੍ਰੇਸ਼ਨ ਵਿਭਾਗ ਦੀ ਇਹ ਪਹੁੰਚ ਨੇਕ ਇਰਾਦੇ ਵਾਲੀ ਹੈ, ਪਰ ਇਸ ਨਾਲ ਸੈਂਕੜੇ ਅਸਲੀ ਵਿਆਹੇ ਜੋੜਿਆਂ ਨੂੰ ਕਈ ਸਾਲਾਂ ਤੱਕ ਜਹਿਦ ਕਰਨੀ ਪੈਂਦੀ ਹੈ। ਦਰਅਸਲ 1999 ਚ ਵਿਆਹ ਕਰਵਾਉਣ ਤੋਂ ਬਾਅਦ ਪਰਮਜੀਤ ਨੇ ਆਪਣੀ ਪਤਨੀ ਚਰਨਜੀਤ ਨੂੰ ਕੈਨੇਡਾ ਸਪਾਂਸਰ ਕਰਨ ਲਈ ਅਰਜ਼ੀ ਦਿੱਤੀ, ਪਰ ਉਹ ਰਿਜੈਕਟ ਹੋ ਗਈ। ਉਸ ਤੋਂ ਬਾਅਦ ਪਰਮਜੀਤ ਨੇ 4 ਵਾਰੀ ਹੋਰ ਸਪਾਂਸਰਸ਼ਿਪ ਭੇਜੀ, ਪਰ ਉਹਨਾਂ ਦੇ ਹੱਥ ਨਿਰਾਸ਼ਾ ਲੱਗੀ। ਅਧਿਕਾਰੀਆਂ ਦਾ ਮੰਨਣਾ ਸੀ ਕਿ ਇਹ ਜੋੜਾ ਸੱਚਾ ਨਹੀਂ ਸੀ, ਜਾਂ ਇਹਨਾਂ ਖਦਸ਼ਿਆਂ ਬਾਰੇ ਪਹਿਲਾਂ ਆਏ ਫੈਸਲਿਆਂ ਕਰਕੇ ਅਗਲੀਆਂ ਇਮੀਗ੍ਰੇਸ਼ਨ ਅਰਜ਼ੀਆਂ ਮਨਜ਼ੂਰ ਨਹੀਂ ਹੋਈਆਂ। ਫਿਰ 2010 ਵਿੱਚ ਇਮੀਗ੍ਰੇਸ਼ਨ ਨੇ ਨਿਯਮ ਬਦਲ ਦਿੱਤੇ, ਜਿਸ ਨਾਲ ਸਿਰਫ ਇਮੀਗ੍ਰੇਸ਼ਨ ਲਈ ਕੀਤੇ ਵਿਆਹ ਨੂੰ ਸਪਾਂਸਰਸ਼ਿਪ ਲਈ ਅਯੋਗ ਬਣਾ ਦਿੱਤਾ ਗਿਆ। ਬਸੰਤੀ ਜੋੜੇ ਦੀ ਵਕੀਲ ਨਿਮਰਤਾ ਕੰਗ ਨੇ ਦੱਸਿਆ ਕਿ ਪਿਛਲੇ 2 ਦਹਾਕਿਆਂ ਤੋਂ ਵੱਧ ਦੀਆਂ ਕੋਸ਼ਿਸ਼ਾਂ, ਰਿਸ਼ਤਾ ਬਰਕਰਾਰ ਹੋਣ ਦੇ ਸਬੂਤਾਂ, ਫੋਨ ਕਾਲਾਂ ਅਤੇ ਇਕੱਠੇ ਛੁੱਟੀਆਂ ਬਿਤਾਉਣ ਅਤੇ ਪਰਮਜੀਤ ਦੁਆਰਾ ਚਰਨਜੀਤ ਦੀ ਲਗਾਤਾਰ ਵਿੱਤੀ ਸਹਾਇਤਾ ਕਰਨ ਵਰਗੇ ਸਬੂਤ ਕਾਰਨ ਅਖੀਰ ਉਹਨਾਂ ਦੀ ਅਰਜ਼ੀ ਮਨਜ਼ੂਰ ਹੋਈ। ਸ਼ੈਰੀਡਨ ਕਾਲਜ ਦੇ ਓਕਵਿਲ ਕੈਂਪਸ ਨੂੰ ਮੰਗਲਵਾਰ ਨੂੰ ਥੋੜੀ ਦੇਰ ਲਈ ਬੰਦ ਕਰ ਦਿੱਤਾ ਗਿਆ। ਪੁਲਿਸ ਨੂੰ ਇਸ ਇਲਾਕੇ ਵਿੱਚ ਇੱਕ ਵਿਅਕਤੀ ਦੇ ਗਨ ਲੈ ਕੇ ਘੁੰਮਣ ਦੀਆਂ ਖਬਰਾਂ ਮਿਲਣ ਤੋਂ ਬਾਅਦ ਅਜਿਹਾ ਕੀਤਾ ਗਿਆ। ਕੈਂਪਸ ਬੰਦ ਕਰਨ ਤੋਂ ਥੋੜੀ ਦੇਰ ਬਾਅਦ ਹੀ ਹਾਲਟਨ ਰੀਜਨਲ ਪੁਲਿਸ ਨੇ ਟਵੀਟ ਕਰਕੇ ਦੱਸਿਆ ਕਿ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਕਾਲਜ ਵਿੱਚ ਲਾਇਆ ਗਿਆ ਲੋਕਡਾਊਨ ਖੋਲ੍ਹ ਦਿੱਤਾ ਗਿਆ ਹੈ ਤੇ ਪਬਲਿਕ ਸੇਫਟੀ ਨੂੰ ਹੁਣ ਕੋਈ ਖਤਰਾ ਨਹੀਂ ਹੈ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਸ਼ੱਕੀ ਕੋਲੋਂ ਗਨ ਵੀ ਬਰਾਮਦ ਕੀਤੀ ਗਈ ਹੈ ਜਾਂ ਨਹੀਂ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਰੈਜ਼ੀਡੈਂਟਸ ਨੂੰ ਇਸ ਇਲਾਕੇ 'ਚ ਜਾਣ ਤੋਂ ਮਨਾ ਕੀਤਾ ਗਿਆ ਹੈ। ਕੈਨੇਡਾ ਵਿੱਚ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਨੂੰ ਫਲਾਈਟਸ 'ਚ ਦੇਰੀ ਅਤੇ ਰੱਦ ਹੋਣ ਦੀਆਂ ਮੁਸ਼ਕਲਾਂ ਨਾਲ 2-4 ਹੋਣਾ ਪੈ ਰਿਹਾ ਹੈ ਤੇ ਇਸ ਦਾ ਵੱਡਾ ਕਾਰਨ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਹੈ। ਬ੍ਰਿਟਿਸ਼ ਕੋਲੰਬੀਆ 'ਚ ਹਵਾਈ ਆਵਾਜਾਈ ਕੰਟਰੋਲਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ 2021 ਤੋਂ ਸਟਾਫਿੰਗ ਤੇ ਚੇਤੰਨ ਕਰ ਰਹੀ ਹੈ। ਹੁਣ ਨੈਵ ਦਾ ਕਹਿਣਾ ਹੈ ਕਿ ਉਹ ਇਸ ਮੁਸ਼ਕਲ ਦੇ ਹੱਲ ਲਈ ਕੋਸ਼ਿਸ਼ਾਂ ਕਰ ਰਹੇ ਨੇ। 에ਅਰ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਕੈਨੇਡੀਅਨ ਹਵਾਈ ਅੱਡਿਆਂ 'ਚ ਦੇਰੀ ਜਾਂ ਰੱਦ ਕਰਨ ਦਾ ਕਾਰਨ ਬਣ ਰਹੀ ਹੈ। ਨੈਵ ਕੈਨੇਡਾ ਦਾ ਕਹਿਣਾ ਹੈ ਕਿ ਉਹ ਮਹਾਮਾਰੀ ਦੀ ਛਾਂਟੀ ਦੁਆਰਾ ਰਹਿ ਗਏ ਪਾੜੇ ਨੂੰ ਭਰਨ ਲਈ ਨਵੇਂ ਸਟਾਫ ਨੂੰ ਸਿਖਲਾਈ ਦੇਣ ਲਈ ਕੰਮ ਕਰ ਰਿਹਾ ਹੈ। ਕੈਨੇਡਾ ਦੇ ਫੈਡਰਲ ਟਰਾਂਸਪੋਰਟ ਮੰਤਰੀ ਦਾ ਕਹਿਣਾ ਹੈ ਕਿ ਉਹ ਦੇਸ਼ ਦੇ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਨਿਗਰਾਨੀ ਕਰਨ ਵਾਲੀ ਕਾਰਪੋਰੇਸ਼ਨ ਤੇ ਦਬਾਅ ਪਾ ਰਿਹਾ ਹੈ ਕਿ ਉਹ ਯਾਤਰੀਆਂ ਦੀਆਂ ਉਡਾਣਾਂ ਨੂੰ ਪ੍ਰਭਾਵਿਤ ਕਰਨ ਵਾਲੇ ਸਟਾਫ ਦੀਆਂ ਮੁਸ਼ਕਲਾਂ ਦਾ ਹੱਲ ਲੱਭੇ। ਨੈਵ ਕੈਨੇਡਾ ਕਾਰਪੋਰੇਸ਼ਨ, ਜੋ ਕੈਨੇਡਾ ਦੇ ਹਵਾਈ ਆਵਾਜਾਈ ਕੰਟਰੋਲਰਾਂ ਦੀ ਨਿਗਰਾਨੀ ਕਰਦੀ ਹੈ, ਨੇ ਮੰਨਿਆ ਕਿ ਕੁਝ ਗਰਮੀਆਂ ਦੀਆਂ ਉਡਾਣਾਂ 'ਚ ਦੇਰੀ ਕਰਮਚਾਰੀਆਂ ਦੀ ਘਾਟ ਕਾਰਨ ਹੋਈ ਹੈ। ਨੈਵ ਕੈਨੇਡਾ ਦੇ ਉਪ ਪ੍ਰਧਾਨ ਅਤੇ ਆਪਰੇਸ਼ਨ ਦੇ ਮੁਖੀ ਮੈਰੀ ਪੀਅਰ ਬਰਮਨ ਨੇ ਕਿਹਾ, ਅਸੀਂ ਨਿਸ਼ਚਿਤ ਤੌਰ ਤੇ ਇਸ ਤੱਥ ਨੂੰ ਸਵੀਕਾਰ ਕਰਦੇ ਹਾਂ ਕਿ ਸਾਡੇ ਕੋਲ ਸਟਾਫ ਨਾਲ ਸੰਬੰਧਿਤ ਕੁਝ ਚੁਣੌਤੀਆਂ ਸਨ। ਬ੍ਰਿਟਿਸ਼ ਕੋਲੰਬੀਆ 'ਚ ਹਵਾਈ ਆਵਾਜਾਈ ਕੰਟਰੋਲਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ 2021 ਤੋਂ ਸਟਾਫਿੰਗ ਤੇ ਚੇਤੰਨ ਕਰ ਰਹੀ ਹੈ। ਬਰਮਨ ਨੇ ਕਿਹਾ ਕਿ ਨੈਵ ਕੈਨੇਡਾ ਹੁਣ 400 ਤੋਂ ਵੱਧ ਨਵੇਂ ਕਰਮਚਾਰੀਆਂ ਨੂੰ ਸਿਖਲਾਈ ਦੇ ਰਿਹਾ ਹੈ ਤੇ ਸੰਸਥਾ ਨੂੰ ਉਮੀਦ ਹੈ ਕਿ ਇਸ ਗਿਣਤੀ 'ਚ ਵਾਧਾ ਹੋਵੇਗਾ। ਕੈਨੇਡਾ 'ਚ ਮਹਾਮਾਰੀ ਤੋਂ ਬਾਅਦ ਦੀ ਹਵਾਈ ਯਾਤਰਾ ਨੂੰ ਚੁਣੌਤੀਆਂ ਦੁਆਰਾ ਚਿੰਨ੍ਹਿਤ ਕੀਤਾ ਗਿਆ ਹੈ। ਮੰਗ ਵਿੱਚ ਵਾਧੇ ਦੇ ਕਾਰਨ ਅਤੇ ਪੂਰੇ ਉਦਯੋਗ 'ਚ ਮਜ਼ਦੂਰਾਂ ਦੀ ਘਾਟ ਕਾਰਨ 2020 ਵਿੱਚ ਨੈਵ ਕੈਨੇਡਾ ਨੇ ਘੋਸ਼ਣਾ ਕੀਤੀ ਕਿ ਉਹ 720 ਤੋਂ ਵੱਧ ਨੌਕਰੀਆਂ 'ਚ ਕਟੌਤੀ ਕਰ ਰਿਹਾ ਹੈ, ਜੋ ਕਿ ਇਸ ਦੇ ਕਰਮਚਾਰੀਆਂ ਦੇ ਲਗਭਗ 14% ਨੂੰ ਦਰਸਾਉਂਦਾ ਹੈ। ਇਸ ਨੇ ਮਹਾਮਾਰੀ ਦੇ ਦੌਰਾਨ ਆਪਣਾ ਸਿਖਲਾਈ ਪ੍ਰੋਗਰਾਮ ਵੀ ਖਤਮ ਕਰ ਦਿੱਤਾ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਕੈਨੇਡਾ ਦੀ ਮਹਿੰਗਾਈ ਦਰ ਜੂਨ ਮਹੀਨੇ ਘਟ ਕੇ ਹੋਈ 2.8%। ਵਿੱਤ ਮੰਤਰੀ ਨੇ ਕਿਹਾ ਕੈਨੇਡੀਅਨਸ ਹੁਣ ਥੋੜੀ ਰਾਹਤ ਮਹਿਸੂਸ ਕਰਨਗੇ, ਪਰ ਕੰਜ਼ਰਵੇਟਿਵ ਐਮਪੀ ਤੇ ਫਾਈਨਾਂਸ ਕ੍ਰਿਟਿਕ ਜਸਰਾਜ ਸਿੰਘ ਹੱਲਾ ਨੇ ਜਤਾਈ ਅਸੰਤੁਸ਼ਟੀ। ਆਇਲਸ ਦੀ ਮਿਆਦ 2 ਸਾਲ ਤੋਂ ਵਧਾਉਣ ਦੀ ਮੰਗ। ਆਲੋਚਕਾਂ ਨੇ ਦੱਸਿਆ ਇਸ ਨੂੰ ਪੈਸੇ ਇਕੱਠੇ ਕਰਨ ਦਾ ਸਾਧਨ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਡਾਂਗੋ ਦੇ ਪੜ੍ਹਾਈ ਤੇ ਨੌਕਰੀ ਲਈ ਕੈਨੇਡਾ ਆਏ 21 ਸਾਲਾ ਇੰਦਰ ਰਾਜ ਸਿੰਘ ਦੀ ਹੋਈ ਮੌਤ। ਪਰਿਵਾਰ ਨੇ 1 ਸਾਲ ਪਹਿਲਾਂ 22 ਲੱਖ ਰੁਪਏ ਕਰਜ਼ ਚੁੱਕ ਕੇ ਪੜ੍ਹਾਈ ਲਈ ਭੇਜਿਆ ਸੀ ਸਰੀ। BC ਬੰਦਰਗਾਹ ਕਾਮਿਆਂ ਨੇ ਮੁੜ ਹੜਤਾਲ ਸ਼ੁਰੂ ਕੀਤੀ। ਲੇਬਰ ਮਿਨਿਸਟਰ ਨੇ ਕਿਹਾ ਕਿ ਸਾਰੇ ਵਿਕਲਪਾਂ ਨੂੰ ਦੇਖ ਰਹੇ ਹਾਂ।